ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਰਵਿਦਾਸ ਜੀ ਕੇ ਪਦੇ। ਗੌੜੀ ਗੁਆਰੇਰੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ। ਰਾਮ ਗੁਸਈਆ ਜੀ ਕੇ ਜੀਵਨਾ। ਮੋਹਿ ਨਾ ਵਿਸਾਰਹੁ ਮੈਂ ਜਨ ਤੇਰਾ ਰਹਾਉ। ਮੇਰੀ ਰਹੋ ਬਿਪਤ ਜਨ ਕਰਹੁ ਸੁਭਾਈ। ਚਰਨ ਨਾ ਛਾਡੋ ਸਰੀਰ ਕਲ ਜਾਈ। ਕਹੋ ਰਵਿਦਾਸ ਪਰੋ ਤੇਰੀ ਸਾਬਾ। ਬੇਗ ਮਿਲਹੁ ਜਨ ਕਰ ਨਾ ਬਿਲਾਂਬਾ। ਕਹੋ ਰਵਿਦਾਸ ਪਰੋ ਤੇਰੀ ਸਾਬਾ। ਬੇਗ ਮਿਲਹੁ ਜਨ ਕਰ ਨਾ ਬਿਲਾਂਬਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ। ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ੇ ਹਨ। ਆਓ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਦੇ ਹੋਏ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰਦੇ ਹੋਏ ਮਨਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਉਂਦੇ ਹੋਏ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਲੜੀਵਾਰ ਬਾਣੀ ਦੀ ਵਿਚਾਰ ਪ੍ਰਾਰੰਭ ਹੈ ਕਾਫੀ ਚਿਰ ਤੋਂ। 345 ਅੰਗ ਤੇ ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਬਦ ਹਨ। ਰਾਗ ਗੌੜੀ ਰਵਿਦਾਸ ਜੀ ਕੇ ਪਦੇ। ਗੌੜੀ ਗੁਆਰੇਰੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਕਿ ਰਾਗ ਗੌੜੀ ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੌੜੀ ਦੀ ਗੁਆਰੇਰੀ ਜਾਤੀ ਵਿੱਚ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ 4 ਪਦਿਆਂ ਬਾਰੇ ਸ਼ਬਦ ਦਰਜ ਕਰਦੇ ਹੋਏ ਸਮਝਾਉਂਦੇ ਹਨ। ਇੱਕ ਓੰਕਾਰ। ਓੰਕਾਰ ਅਕਾਲ ਪੁਰਖ ਇੱਕ ਹੈ ਜੋ ਸਤ ਨਾਸ ਤੋਂ ਰਹਿਤ ਸਦਾ ਸਤ ਰਹਿਣ ਵਾਲਾ। ਨਾਮ ਪ੍ਰਸਿੱਧ ਹੈ। ਕਰਤਾ ਜਗਤ ਦਾ ਰਚੈਤਾ ਹੈ ਰਚਣ ਵਾਲਾ ਹੈ। ਸਾਰੇ ਪੁਰਖ ਕੇ ਸਾਰੇ ਵਿਆਪਕ ਹੈ ਪੂਰਨ ਹੈ। ਉਹ ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ। ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਜਿਸ ਵੇਲੇ ਭਗਤ ਰਵਿਦਾਸ ਜੀ ਨੂੰ ਪਰਮੇਸ਼ਰ ਨੇ ਦਰਸ਼ਨ ਦਿੱਤੇ ਉਸ ਵੇਲੇ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਅੱਗੇ ਬੇਨਤੀਆਂ ਕਰਦੇ ਹੋਏ ਉਚਾਰਨ ਕਰਦੇ ਹਨ। ਸ਼ਬਦ ਦੇ ਵਿੱਚ ਕਿਵੇਂ ਬੇਨਤੀਆਂ ਕਰਦੇ ਸਨ ਭਗਤ ਰਵਿਦਾਸ ਜੀ। ਕਹਿਣ ਲੱਗੇ ਮੇਰੀ ਸੰਗਤ ਪੋਚ। ਭਗਤ ਕਬੀਰ ਜੀ ਕਹਿਣ ਲੱਗੇ ਪਰਮੇਸ਼ਰ ਅੱਗੇ, ਹੇ ਮਹਾਰਾਜ ਮੇਰੀ ਸਾਡੀ ਸੰਗਤ
ਸੋਹਬਤ ਕੇ ਪੋਚ ਨੀਚ ਜਾਤੀ ਵਾਲੇ ਭਾਵ ਜੁੱਤੇ ਗੰਢਣ ਵਾਲੇ ਚਮਿਆਰਾਂ ਦੀ ਹੈ। ਮੇਰੀ ਸੰਗਤ ਪੋਚ। ਭਗਤ ਜੀ ਕਹਿਣ ਲੱਗੇ, ਹੇ ਮਹਾਰਾਜ, ਸਾਡੀ ਜਿਹੜੀ ਸੋਹਬਤ ਹੈ, ਸੰਗਤ ਹੈ, ਉਹ ਨੀਚ ਜਾਤੀ ਵਾਲੇ ਭਾਵ ਜੁੱਤੇ ਗੰਢਣ ਵਾਲੇ ਚਮਿਆਰਾਂ ਦੀ ਹੈ। ਮੇਰੀ ਸੰਗਤ ਪੋਚ, ਕਿ ਮੇਰੀ ਸੰਗਤ ਪੋਚ ਨੀਚ ਵਿਕਾਰਾਂ ਦੀ ਹੈ ਅਤੇ ਸੋਚ ਦਿਨ ਰਾਤੀ ਨਿਰੰਤਰ ਇਹੋ ਸੋਚ, ਇਹੋ ਵਿਚਾਰ ਲੱਗੀ ਰਹਿੰਦੀ ਹੈ ਕਿ ਮੇਰੀ ਕਲਿਆਣ ਕਿਵੇਂ ਹੋਵੇਗੀ। ਮੇਰੀ ਸੰਗਤ ਹੈ ਜਿਹੜੀ ਨੀਚ ਜਾਤ ਚਮਿਆਰਾਂ ਦੇ ਘਰ ਦੀ ਹੈ, ਚਮਿਆਰਾਂ ਨਾਲ ਹੈ, ਕਿ ਮੇਰੀ ਕਲਿਆਣ ਕਿਵੇਂ ਹੋਵੇਗੀ। ਭਗਤ ਜੀ ਕਹਿਣ ਲੱਗੇ, ਮੇਰਾ ਕਰਮ ਕੁਟਲਤਾ, ਕਿ ਮੈਂ ਪਵਿੱਤਰ ਕਿਵੇਂ ਹੋਵਾਂਗਾ, ਕਿ ਮੇਰਾ ਕਰਮ ਤਾਂ ਕੁਟਲਤਾ ਟੇਢਤਾਈ ਵਾਲਾ ਹੈ। ਜਨਮ ਕੁਭਾਂਤੀ, ਕਿ ਜਨਮ ਵੀ ਕੁੰਭਾਤੀ, ਕੁਢੰਗਾ ਭਾਵ ਖੋਟੀ ਲਗਨ ਵਾਲਾ ਹੈ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਪਰਮੇਸ਼ਰ ਅੱਗੇ ਨਿਮਰਤਾ ਭਾਵਨਾ ਪੇਸ਼ ਕਰਦੇ ਹੋਏ ਕਹਿਣ ਲੱਗੇ, ਮੇਰੀ ਸੰਗਤ ਪੋਚ ਦਿਨ ਰਾਤੀ। ਹੇ ਮਹਾਰਾਜ, ਮੇਰੀ ਸਾਡੀ ਸੰਗਤ ਹੈ ਜਿਹੜੀ ਨੀਚ ਜਾਤੀ ਵਾਲੇ ਭਾਵ ਜੁੱਤੇ ਗੰਢਣ ਵਾਲੇ ਚਮਿਆਰਾਂ ਦੀ ਹੈ, ਕਿ ਮੇਰੀ ਸੰਗਤ ਨੀਚ ਵਿਕਾਰਾਂ ਦੀ ਹੈ ਅਤੇ ਸੋਚ ਦਿਨ ਰਾਤੀ ਨਿਰੰਤਰ ਇਹੋ ਸੋਚ, ਇਹੋ ਵਿਚਾਰ ਲੱਗੀ ਰਹਿੰਦੀ ਹੈ ਕਿ ਮੇਰੀ ਕਲਿਆਣ ਕਿਵੇਂ ਹੋਵੇਗੀ, ਮੈਂ ਪਵਿੱਤਰ ਕਿਵੇਂ ਹੋਵਾਂਗਾ। ਮੇਰਾ ਕਰਮ ਕੁਟਲਤਾ, ਕਿ ਮੇਰਾ ਕਰਮ ਵੀ ਕੁਟਲਤਾ ਟੇਢਤਾਈ ਵਾਲਾ ਹੈ। ਜਨਮ ਕੁਭਾਂਤੀ, ਜਨਮ ਵੀ ਕੁਭਾਂਤੀ, ਕੁਢੰਗਾ ਭਾਵ ਖੋਟੀ ਲਗਨ ਵਾਲਾ ਹੈ। ਰਾਮ ਗੁਸਈਆ ਜੀ ਕੇ ਜੀਵਨਾ, ਹੇ ਰਮੇ ਹੋਏ ਰਾਮ ਪਰਮੇਸ਼ਰ ਗੁਸਾਈਆਂ ਪ੍ਰਿਥਵੀ ਦੇ ਮਾਲਕ ਪ੍ਰਭੂ ਜੀ, ਤੁਸੀਂ ਤਾਂ ਸਾਰੇ ਜੀ ਕੇ ਜੀਵਨਾ, ਸਾਰੇ ਜੀਵਾਂ ਦੇ ਜੀਵਨ ਰੂਪ ਹੋ, ਪ੍ਰਾਣ ਰੂਪ ਹੋ ਕੇ ਸਾਰਿਆਂ ਨੂੰ ਜਿਵਾਉਣ ਵਾਲੇ ਹੋ। ਮੋਹੇ ਨਾ ਬਸਾਰੋ ਮੈਂ ਜਨ ਤੇਰਾ, ਕਿ ਮੈਂ ਤੇਰਾ ਤੁਹਾਡਾ ਜਨ ਦਾਸ ਸੇਵਕ ਹਾਂ। ਤੁਸੀਂ ਮੋਹੇ ਮੈਨੂੰ ਕਦਾ ਚਿੱਤ ਵੀ ਨਾ ਵਿਸਾਰਨਾ ਕਰੋ, ਨਾ ਭੁਲਾਉਣਾ ਕਰੋ, ਕਿ ਮੋਹੇ ਨਾ ਵਿਸਾਰੋ ਮੈਂ ਜਨ ਤੇਰਾ। ਭਗਤ ਜੀ ਕਹਿਣ ਲੱਗੇ, ਮੈਨੂੰ ਤੁਸੀਂ ਆਪਣਾ ਨਾਮ ਕਦੇ ਵੀ ਨਾ ਭੁੱਲਣ ਦਿਓ, ਹਰ ਵੇਲੇ ਹੀ ਸਿਮਰਨ ਕਰਦਾ ਰਹਾ। ਮੇਰੀ ਰਹੋ ਬਿਵਤ ਜਨ ਕਰਹੋ ਸੁਭਾਈ। ਭਗਤ ਜੀ ਕਹਿਣ ਲੱਗੇ, ਹੇ ਮਹਾਰਾਜ, ਸਾਡੀ ਜੰਮਣ ਮਰਨ ਰੂਪੀ ਬਿਪਤ ਮੁਸੀਬਤ ਆਪਦਾ ਨੂੰ ਹਰਹੋ ਨਾਸ ਕਰ ਦੇਵੋ, ਅਤੇ ਜਨ ਕਰਹੋ ਸੁਭਾਈ, ਅਤੇ ਜਨ ਨੂੰ ਮੈਨੂੰ ਸੇਵਕ ਨੂੰ ਦਾਸ ਨੂੰ ਆਪਣੀ ਭਗਤੀ ਦੇ ਕੇ ਸੁਭਾਈ ਸੋਵਨੀਕ ਕਰ ਦੇਣਾ ਕਰੋ। ਮੇਰੀ ਹਰਹੋ ਬਿਪਤ ਜਨ ਕਰਹੋ ਸੁਭਾਈ। ਹੇ ਮਹਾਰਾਜ, ਮੇਰੀ ਸਾਡੀ ਜੰਮਣ ਮਰਨ ਰੂਪੀ ਮੁਸੀਬਤ ਹੈ, ਜਿਹੜੀ ਜੰਮਣ ਮਰਨ ਦੀ ਆਪਦਾ ਨੂੰ ਨਾਸ ਕਰਕੇ ਮੈਨੂੰ ਇਹ ਦੇਣਾ ਕਰੋ, ਕਿ ਮੈਨੂੰ ਦਾਸ ਨੂੰ ਆਪਣੀ ਭਗਤੀ ਦੇ ਕੇ ਸੁਭਾਈ ਸੋਵਨੀਕ ਕਰ ਦੇਣਾ ਕਰੋ, ਜਿਸ ਕਰਕੇ ਮੇਰੀ ਹਰਹੋ ਬਿਪਤ ਜਨ ਕਰਹੋ ਸੁਭਾਈ, ਜਿਸ ਕਰਕੇ ਮੈਨੂੰ ਆਪ ਜੀ ਦੀ ਭਗਤੀ ਦੀ ਸੋਭਾ ਪ੍ਰਾਪਤ ਹੋਵੇ। ਸੁਭਾਈ ਉਹ ਭਾਈ, ਉਹ ਭਾਵਨਾ ਸਾਡੇ ਨਾਲ ਕਰੋ ਕਿ ਜਿਸ ਦੇ ਨਾਲ ਸਾਡੀ ਸੋਭਾ ਪ੍ਰਾਪਤ ਹੋਵੇ। ਚਰਨ ਨਾ ਛਾਡੋ ਸਰੀਰ ਕਲ ਜਾਈ। ਭਗਤ ਜੀ ਕਹਿਣ ਲੱਗੇ, ਮੈਂ ਆਪ ਜੀ ਦੇ ਪੂਜਨੀਕ ਚਰਨਾ ਕਮਲਾਂ ਨਾਲ ਪ੍ਰੀਤੀ ਨਹੀਂ ਛੱਡਾਂਗਾ। ਚਰਨ ਨਾ ਛਾਡੋ, ਕਿ ਹੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਪੂਜਨੀਕ ਚਰਨਾ ਕਮਲਾਂ ਨਾਲ ਪ੍ਰੀਤੀ ਨਹੀਂ ਛੱਡਾਂਗਾ। ਇਹ ਮੇਰਾ ਸਰੀਰ ਕਲ ਜਾਈ,
ਕਿ ਸਰੀਰ ਕਲ ਜਾਈ। ਇਹ ਮੇਰਾ ਸਰੀਰ ਤਾਨ ਭਾਵੇਂ ਪਰਸੋਂ ਨੂੰ ਜਾਂਦਾ ਹੋਇਆ ਕੱਲ ਨੂੰ ਹੀ ਚਲਿਆ ਜਾਏ, ਕਿ ਮੈਂ ਤੁਹਾਡੇ ਪੂਜਨੀਕ ਚਰਨਾਂ ਕਮਲਾਂ ਦੀ ਪ੍ਰੀਤੀ ਨਹੀਂ ਛੱਡਾਂਗਾ। ਭਾਵੇਂ ਕੱਲ ਹੁੰਦਾ ਸੁੰਦਰ ਸਰੀਰ ਚਲਿਆ ਜਾਏ, ਮੇਰਾ ਸਰੀਰ ਭਾਵੇਂ ਚਲਿਆ ਜਾਵੇ, ਪਰ ਤੁਹਾਡੇ ਸੋਹਣੇ ਚਰਨਾਂ ਕਮਲਾਂ ਨਾਲੋਂ ਪ੍ਰੀਤੀ ਨਹੀਂ ਛੱਡਾਂਗਾ। ਕਹੋ ਰਵਿਦਾਸ ਪਰੋ ਤੇਰੀ ਸਾਬਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਹੇ ਮਹਾਰਾਜ, ਮੈਂ ਤੁਹਾਡੀ ਸਾਬਾ ਹੁੰਦਾ ਹੈ ਪਨਾਹ ਸਰਨ ਵਿੱਚ ਪਿਆਰ ਹਾਂ। ਇਸ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਮੈਨੂੰ ਦਾਸ ਨੂੰ ਜਨ ਨੂੰ ਬੇਗ ਮਿਲੋ ਬੇਗ, ਛੇਤੀ ਹੀ ਮਿਲ ਪੈਣਾ ਕਰੋ। ਬੇਗ ਮਿਲੋ ਜਨ ਕਰਨਾ ਬਿਲਾਂਬਾ, ਕਿ ਇਸ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਮੈਨੂੰ ਜਨ ਦਾਸ ਨੂੰ ਬੇਗ ਛੇਤੀ ਹੀ ਮਿਲ ਪੈਣਾ ਕਰੋ, ਅਤੇ ਮੇਰਾ ਕਾਰ ਨਾ ਬਿਲਾਂਬਾ, ਅਤੇ ਮੇਰਾ ਉਧਾਰ ਕਰਨ ਲਈ ਬਿਲਾਂਬਾ ਹੁੰਦਾ ਦੇਰੀ ਨਾ ਕਰੋ, ਕਿ ਛੇਤੀ ਹੀ ਮੇਰਾ ਉਧਾਰ ਕਰਨਾ ਕਰੋ। ਇਸ ਕਰਕੇ ਕਿਰਪਾ ਦ੍ਰਿਸ਼ਟੀ ਨਾਲ ਮੈਨੂੰ ਦਾਸ ਨੂੰ ਛੇਤੀ ਹੀ ਮਿਲ ਪੈਣਾ ਕਰੋ, ਅਤੇ ਮੇਰਾ ਉਧਾਰ ਕਰਨ ਲਈ ਬਿਲਾਂਬਾ ਦੇਰੀ ਨਾ ਕਰੋ। ਉਸ ਤੋਂ ਅੱਗੇ ਭਗਤ ਰਵਿਦਾਸ ਜੀ ਦਾ ਹੀ ਸ਼ਬਦ ਹੈ। ਇੱਕ ਦਿਨ ਭਗਤ ਰਵਿਦਾਸ ਜੀ ਪਰਮੇਸ਼ਰ ਦੇ ਪ੍ਰੇਮ ਵਿੱਚ ਲੀਨ ਸਨ, ਪਰਮੇਸ਼ਰ ਦੇ ਨਾਲ ਲਿਵ ਜੁੜੀ ਹੋਈ ਸੀ। ਜਦ ਸਮਾਧੀ ਤੋਂ ਉਥਾਨ ਹੋਏ, ਸਮਾਧੀ ਖੁੱਲੀ, ਤਾਂ ਉਸ ਵੇਲੇ ਇੱਕ ਸਾਧੂ ਨੇ ਭਗਤ ਜੀ ਨੂੰ ਪ੍ਰਸ਼ਨ ਕੀਤਾ ਕਿ ਹੇ ਭਗਤ ਜੀ, ਤੁਸੀਂ ਸਮਾਧੀ ਵਿੱਚ ਕਿਹੜੀ ਅਵਸਥਾ ਵਿੱਚ ਰਹਿੰਦੇ ਹੋ, ਤੇ ਤੁਹਾਡਾ ਅਸਲੀ ਸ਼ਹਿਰ, ਅਸਲੀ ਟਿਕਾਣਾ ਕਿਹੜਾ ਹੈ ਜਦੋਂ ਸਮਾਧੀ ਦੇ ਵਿੱਚ ਇਸਤਤ ਹੁੰਦੇ ਹੋ। ਤਾਂ ਭਗਤ ਰਵਿਦਾਸ ਜੀ ਇਹ ਪਾਵਨ ਸ਼ਬਦ ਉਚਾਰਦੇ ਹੋਏ ਕਹਿਣ ਲੱਗੇ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋਹੋ ਨਹੀਂ ਤਿਹ ਠਾਓ। ਕਹਿਣ ਲੱਗੇ, ਹੇ ਮਹਾਤਮਾ ਜੀ, ਬੇਗਮਪੁਰਾ ਸ਼ਹਿਰ ਕੋ ਨਾਉ, ਸਾਡੇ ਸ਼ਹਿਰ ਦਾ ਨਾਮ ਬੇਗਮਪੁਰਾ ਸੋਗ ਤੋਂ ਬੇਰਹਿਤ ਪੂਰਨ ਆਨੰਦ ਸਰੂਪ ਹੈ, ਜਿੱਥੇ ਦਵੈਤ ਦੀ ਗਮ ਹੰਗਤਾ ਨਹੀਂ, ਭਾਵ ਦਵੈਤ ਤੋਂ ਰਹਿਤ ਅਦਵੈਤ ਰੂਪ ਸਥਾਨ ਸਾਡੇ ਸਰੀਰ ਦਾ ਨਾਮ ਹੈ। ਤੁਰਿਆਪਦ ਰੂਪੀ ਸ਼ਹਿਰ ਦਾ ਨਾਮ ਹੈ। ਉਸ ਠਾਓ, ਉਸ ਥਾਂ ਵਿੱਚ ਜੰਮਣ ਮਰ ਰੂਪੀ ਦੁੱਖ ਅਤੇ ਪ੍ਰਾਣਗਤ ਪ੍ਰੇਗਤ ਵਿਪਰਜੇ ਆਦਿਕ ਕਿਸੇ ਪ੍ਰਕਾਰ ਦਾ ਕੋਈ ਅੰਦੋਹ ਸੰਸਾ ਨਹੀਂ ਹੈ। ਦੁਖ ਅੰਦੋਹ ਨਹੀਂ ਤਿਹੁ ਠਾਓ, ਕਿ ਤੁਰਿਆ ਪਦ ਰੂਪੀ ਸ਼ਹਿਰ ਦਾ ਨਾਂ ਹੈ, ਤੇ ਉਸ ਅਸਥਾਨ ਵਿੱਚ ਜੰਮਣ ਮਨ ਰੂਪੀ ਦੁੱਖ ਅਤੇ ਪ੍ਰਾਣਗਤ ਪ੍ਰੇਗਤ ਵਿਪਰਜੇ ਆਦਿਕ ਕਿਸੇ ਪ੍ਰਕਾਰ ਦਾ ਕੋਈ ਅੰਦੋਹ ਸੰਸਾ ਨਹੀਂ ਹੈ। ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਭਗਤ ਜੀ ਕਹਿਣ ਲੱਗੇ, ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਕਿ ਭਗਤ ਜੀ ਕਹਿਣ ਲੱਗੇ, ਨਾ ਹੀ ਉੱਥੇ ਤਸਵੀਸ ਸ਼ਰਮਿੰਦਗੀ ਘਬਰਾਹਟ ਚਿੰਤਾ ਹੈਰਾਨ ਹੈ, ਨਾ ਹੀ ਖਰਾਜ ਮੁਆਮਲਾ ਪੈਂਦਾ ਹੈ ਉੱਥੇ ਕੋਈ, ਨਾ ਕੋਈ ਟੈਕਸ ਪੈਂਦਾ ਹੈ। ਜਿੱਥੇ ਅਸੀਂ ਸਮਾਧੀ ਲੱਗਣ ਵੇਲੇ ਚਲੇ ਜਾਂਦੇ ਹਾਂ ਕਿ ਨਾ ਤਸਵੀਸ, ਨਾ ਹੀ ਉੱਥੇ ਤਸਵੀਸ ਸ਼ਰਮਿੰਦਗੀ ਹੁੰਦੀ ਹੈ, ਨਾ ਹੀ ਕੋਈ ਘਬਰਾਹਟ, ਤੇ ਨਾ ਹੀ ਉੱਥੇ ਚਿੰਤਾ। ਉਹ ਤਾਂ ਇੱਕ ਹੈਰਾਨੀਜਨਕ ਹੈ। ਨਾ ਖਰਾਜ ਨਾ ਕੋਈ ਮਾਮਲਾ ਪੈਂਦਾ ਹੈ ਉੱਥੇ, ਨਾ ਕੋਈ ਟੈਕਸ ਲੱਗਦਾ ਹੈ ਉੱਥੇ, ਅਤੇ ਨਾ ਹੀ ਅਸੂਰੀ ਸੰਪਤਾ ਰੂਪੀ ਮਾਲ ਧਨ ਹੈ, ਨਾ ਹੀ ਕਿਸੇ ਦਾ ਖੌਫ ਨਾ ਖਤਾ,
ਨਾ ਕਿਸੇ ਦਾ ਖੌਫ ਡਰ ਹੈ ਉੱਥੇ, ਨਾ ਹੀ ਖਤਾ ਗੁਨਾਹ ਹੈ ਉੱਥੇ ਕੋਈ ਜਾਣਦਾ। ਕਿ ਖੌਫ ਨਾ ਖਤਾ, ਖੌਫ ਭੈ ਤਾਂ ਹੋਵੇ ਜੇ ਕੋਈ ਗੁਨਾਹ ਕਰੀਏ। ਜਦੋਂ ਉਸ ਸਰੂਪ ਵਿੱਚ ਕੋਈ ਗੁਨਾਹ ਹੀ ਨਹੀਂ ਹੈ ਤਾਂ ਫਿਰ ਡਰ ਕਿਸ ਪ੍ਰਕਾਰ ਹੋਵੇਗਾ। ਨਾ ਹੀ ਉੱਥੇ ਨਾ ਤਰਸ ਜਵਾਲ, ਨਾ ਹੀ ਉੱਥੇ ਤਰਸ ਦਇਆ ਹੈ। ਭਾਵ ਤਰਸ ਉਸ ਉੱਪਰ ਕਰੀਂਦੀ ਹੈ ਜੇ ਕੋਈ ਦੁੱਖ ਹੋਵੇ, ਪਰੰਤੂ ਉਸ ਆਨੰਦ ਸਰੂਪ ਵਿੱਚ ਕੋਈ ਦੁਖੀ ਨਹੀਂ ਹੈ। ਇਸ ਕਰਕੇ ਕੋਈ ਤਰਸ ਨਹੀਂ ਕਰਨਾ ਪੈਂਦਾ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਜਵਾਲ ਘਾਟਾ ਹੈ ਉੱਥੇ। ਅਬ ਮੋਹੇ ਖੂਬ ਬਾਤਨ ਗਹਿ ਪਾਈ, ਊਹਾਂ ਖੈਰ ਸਦਾ ਮੇਰੇ ਭਾਈ। ਭਗਤ ਜੀ ਕਹਿਣ ਲੱਗੇ ਅਬ ਮੋਹੇ, ਇਸ ਪ੍ਰਕਾਰ ਅਬ ਹੁਣ ਮੋਹੇ ਮੈਂ ਆਤਮ ਸਰੂਪ ਰੂਪੀ ਖੂਬ ਬਾਤਨ ਗਹਿ ਪਾਈ, ਖੂਬ ਚੰਗੇ ਬਾਤਨ ਦੇਸ਼ ਦੀ ਤੁਰਿਆ ਪਦ ਰੂਪੀ ਗਹਿ ਜਗ੍ਹਾ ਪ੍ਰਾਪਤ ਕਰ ਲਈ ਹੈ। ਅਬ ਮੋਹੇ ਖੂਬ ਬਾਤਨ ਗਹਿ ਪਾਈ, ਕਿ ਇਸ ਪ੍ਰਕਾਰ ਹੁਣ ਮੈਂ ਆਤਮ ਸਰੂਪ ਰੂਪੀ ਚੰਗੇ ਦੇਸ਼ ਦੀ ਤੁਰਿਆ ਪਦ ਰੂਪੀ ਜਗ੍ਹਾ ਪ੍ਰਾਪਤ ਕਰ ਲਈ ਹੈ। ਕਿ ਊਹਾਂ ਖੈਰ ਸਦਾ ਮੇਰੇ ਭਾਈ, ਹੇ ਮੇਰੇ ਭਾਈ, ਹੇ ਸਾਡੇ ਭਰਾਵੋ, ਊਹਾਂ ਉਸ ਬੇਗਮਪੁਰੇ ਵਿੱਚ ਹਮੇਸ਼ਾ ਖੈਰ ਭਲਾਈ ਸੁਖ ਆਨੰਦ ਹੀ ਹੈ। ਊਹਾਂ ਖੈਰ ਸਦਾ ਮੇਰੇ ਭਾਈ, ਕਿ ਹੇ ਮੇਰੇ ਭਾਈ, ਊਹਾਂ ਉਸ ਬੇਗਮਪੁਰੇ ਵਿੱਚ ਸਦਾ ਹਮੇਸ਼ਾ ਖੈਰ ਭਲਾਈ ਸੁਖ ਆਨੰਦ ਹੀ ਹੈ। ਰਹਾਉ ਵਿਸਰਾਮ ਦੇ ਕੇ ਭਗਤ ਜੀ ਕਹਿਣ ਲੱਗੇ ਕਾਇਮ ਦੈਮ ਸਦਾ ਪਾਤਸ਼ਾਹੀ, ਦੋਮ ਨ ਸੇਮ ਏਕ ਸੋ ਆਹੀ। ਭਗਤ ਜੀ ਕਹਿਣ ਲੱਗੇ ਕਾਇਮ ਦੈਮ ਸਦਾ ਪਾਤਸ਼ਾਹੀ, ਉਸ ਸਰੂਪ ਰੂਪੀ ਪਾਤਸ਼ਾਹੀ ਪਾਤ ਤਖਤ ਦੀ ਮਾਲਕੀ ਦੈਮ ਹਮੇਸ਼ਾ ਭਾਵ ਸਦਾ ਲਈ ਕਾਇਮ ਇਸਤਤ ਹੈ। ਉਸ ਪਰਮੇਸ਼ਰ ਪਾਤਸ਼ਾਹ ਦਾ ਕੋਈ ਦੋਮ ਦੂਸਰਾ ਵਜ਼ੀਰ, ਦੋਮ ਨਾ ਸੇਮ ਏਕ ਸੌ ਆਹੀ, ਕਿ ਉਸ ਪਾਤਸ਼ਾਹ ਦਾ ਪਰਮੇਸ਼ਰ ਦਾ ਕੋਈ ਦੋਮ ਨਾ, ਦੋਮ ਦੂਸਰਾ ਵਜ਼ੀਰ ਅਤੇ ਸੇਮ ਤੀਸਰਾ ਖਜ਼ਾਨਚੀ ਆਦਿਕ ਕੋਈ ਨਹੀਂ ਹੈ। ਉੱਥੇ ਏਕ ਸੌ ਆਹੀ, ਉੱਥੇ ਏਕ ਇੱਕੋ ਸੋ ਉਹ ਪਰਮੇਸ਼ਰ ਹੀ ਆਹੀ ਹੈ, ਕਿ ਉਹ ਪਰਮੇਸ਼ਰ ਹੀ ਉੱਥੇ ਹੈ। ਚੰਦਨ ਬਾਸ ਵਿਨਾਸ਼ ਪਤ ਆਵਲ ਦੋਮ ਨਾ ਸੇਮ ਖਰਾਬਾ, ਕਿ ਉੱਥੇ ਉਹ ਪਰਮੇਸ਼ਰ ਹੀ ਹੁੰਦਾ ਹੈ, ਹੋਰ ਉੱਥੇ ਕੋਈ ਵੀ ਚੀਜ਼ ਨਹੀਂ ਹੈ। ਭਗਤ ਜੀ ਅੱਗੇ ਸਮਝਾ ਰਹੇ ਹਨ ਕਿ ਆਵਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸਹੇ ਮਾਮੂਰ। ਆਵਾਦਾਨ ਸਦਾ ਮਸ਼ਹੂਰ, ਊਹਾਂ ਗਨੀ ਬਸਹੇ ਮਾਰੂਰ, ਕਿ ਉਹ ਸਦਾ ਹਮੇਸ਼ਾ ਲਈ ਭਗਤਾਂ ਦੀ ਆਬਾਦੀ ਕਰਕੇ ਆਵਾਦਾਨ ਬਸਿਆ ਹੋਇਆ ਹੈ। ਕਿ ਉਹ ਹਮੇਸ਼ਾ ਲਈ ਪਰਮੇਸ਼ਰ ਭਗਤਾਂ ਦੀ ਆਬਾਦੀ ਕਰਕੇ ਆਵਾਦਾਨ ਬਸਿਆ ਹੋਇਆ ਹੈ ਅਤੇ ਉਹ ਭਗਤ ਦੁਨੀਆ ਵਿੱਚ ਸਦਾ ਮਸ਼ਹੂਰ, ਕਿ ਦੁਨੀਆ ਵਿੱਚ ਮਸ਼ਹੂਰ ਪ੍ਰਗਟ ਹਨ। ਊਹਾਂ ਗਨੀ, ਊਹਾਂ ਉੱਥੇ ਨਾਮ ਰੂਪੀ ਧਨ ਵਾਲੇ, ਗਨੀ ਧਨੀ, ਮਾਮੂਰ ਲਵਾ ਲਵ ਸ਼ੁਭ ਗੁਣਾਂ ਨਾਲ ਭਰੇ ਹੋਏ ਭਗਤ ਜਨ ਵਸਦੇ ਹਨ। ਤਿਉਂ ਤਿਉਂ ਸੈਲ ਕਰਹਿ ਜਿਉਂ ਜਿਉਂ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਤਿਉਂ ਤਿਉਂ ਸੈਲ ਕਰਹਿ, ਉਹਨਾਂ ਭਗਤ ਜਨਾਂ ਨੂੰ ਜਿਵੇਂ ਜਿਵੇਂ ਭਾਉਂਦਾ ਹੈ, ਤਿਉਂ ਤਿਉਂ ਤਿਵੇਂ ਤਿਵੇਂ ਹੀ ਉਹ ਆਨੰਦ ਸਰੂਪ ਵਿੱਚ ਸੈਲ ਵਿਚਰਨਾ ਕਰਦੇ ਹਨ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਜਿਵੇਂ ਸਾਨੂੰ ਭਾਉਂਦਾ ਹੈ ਤਿਵੇਂ ਤਿਵੇਂ ਹੀ ਅਸੀਂ
ਚੌਥੀ ਭੂਮਿਕਾ, ਪੰਜਵੀਂ ਭੂਮਿਕਾ, ਛੇਵੀਂ ਭੂਮਿਕਾ, ਸੱਤਵੀਂ ਭੂਮਿਕਾ ਵਿੱਚ ਸੈਲ ਵਿਚਰਨਾ ਕਰਦੇ ਹਾਂ। ਮਹਿਰਮ ਮਹਿਲ ਨਾ ਕੋ ਅਟਕਾਵੈ, ਕਿ ਜਿਵੇਂ ਕੋਈ ਮਹਿਲ ਰਾਜ ਮਹਿਲਾਂ ਦਾ ਮਹਿਰਮ ਭੇਤੀ ਹੋਵੇ, ਉਸ ਨੂੰ ਮਹਿਲਾਂ ਵਿੱਚ ਜਾਣ ਤੋਂ ਕੋਈ ਵੀ ਰੋਕਦਾ ਨਹੀਂ। ਇਸੇ ਪ੍ਰਕਾਰ ਜਿਹੜੇ ਭਗਤ ਜਨ ਮਹਿਲ ਸਰੂਪ ਦੇ ਮਹਿਰਮ ਭੇਤੀ ਹਨ, ਭਾਵ ਆਪਣੇ ਨਿਜ ਸਰੂਪ ਨੂੰ ਜਾਣਨ ਵਾਲੇ ਹਨ, ਉਹਨਾਂ ਨੂੰ ਰਾਗ ਦਵੈਖ ਬ੍ਰਹਮ ਲੋਕ ਦੇ ਸੁੱਖ ਵਿਕਾਰ ਆਦਿਕ ਕੋਈ ਵੀ ਅਟਕਾਵੈ ਰੁਕਾਵਟ ਨਹੀਂ ਪਾ ਸਕਦੇ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਮੈਂ ਜਾਤੀ ਦਾ ਭਾਵੇਂ ਚਮਾਰਾ ਚਮਿਆਰ ਹਾਂ, ਪਰੰਤੂ ਕਰਤਾ ਭੋਗਤਾ ਹੰਗਤਾ ਮਮਤਾ ਆਦਿਕ ਦੇ ਬੰਧਨਾਂ ਤੋਂ ਖਲਾਸ ਛੁੱਟ ਗਿਆ ਹਾਂ। ਕਹਿ ਰਵਿਦਾਸ ਖਲਾਸ ਚਮਾਰਾ, ਕਿ ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਮੈਂ ਜਾਤੀ ਦਾ ਭਾਵੇਂ ਚਮਾਰਾ ਚਮਿਆਰ ਹਾਂ, ਪਰੰਤੂ ਕਰਤਾ ਭੋਗਤਾ ਹੰਗਤਾ ਮਮਤਾ ਆਦਿਕ ਦੇ ਬੰਧਨਾਂ ਤੋਂ ਖਲਾਸ ਛੁੱਟ ਗਿਆ ਹਾਂ। ਜੋ ਚੰਮ ਜਮਾ ਆਰਾ, ਆਰਾ ਆਲਾ ਚੰਮ ਚਮੜੇ ਦਾ ਘਰ ਸਰੀਰ ਹੈ, ਇਸ ਦੇ ਅਧ ਆਸ ਤੋਂ ਖਲਾਸ ਛੁੱਟ ਗਏ ਹਾਂ। ਜੋ ਹਮ ਸਹਿਰੀ ਸੋ ਮੀਤ ਹਮਾਰਾ, ਜੋ ਜਿਹੜਾ ਸਾਡੇ ਸਰੂਪ ਰੂਪੀ ਬੇਗਮਪੁਰੇ ਸ਼ਹਿਰੀ ਸ਼ਹਿਰ ਵਿੱਚ ਰਹਿਣ ਵਾਲਾ ਹੈ, ਉਹ ਹੀ ਸਾਡਾ ਮੀਤ ਮਿੱਤਰ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੌੜੀ ਬੈਰਾਗਣ ਰਵਿਦਾਸ ਜੀਓ, ਘਾਟ ਅਵ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਕੂੰਜੀ ਰਾਖ ਮਰਾਰ। ਰਹਾਉ ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋਵਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਇਆ ਜਾਏ ਰੇ। ਰਹਾਉ ਹਉਬਨ ਜਾਰੋ ਰਾਮ ਕੋ, ਸਹਿਜ ਕਰੋ ਬਿਆਪਾਰ। ਮੈਂ ਰਾਮ ਨਾਮ ਧਨ ਲੱਦਿਆ, ਬਿਖਲਾਦੀ ਸੰਸਾਰ। ਉਰਵਾਰ ਪਾਰ ਕੇ ਦਾਨੀਆਂ, ਲਿਖ ਲੇਹੋ ਆਲ ਪਤਾਲ। ਮੋਹੇ ਜਾਮ ਡੰਡ ਨਾ ਲਾਗਈ, ਤਜੀ ਅਲੇ ਸਰਬ ਜੰਜਾਲ। ਜੈਸਾ ਰੰਗ ਕੁਸੁੰਭ ਕਾ, ਤੈਸਾ ਇਹੋ ਸੰਸਾਰ। ਮੇਰੇ ਰਮਈਆ ਰੰਗ ਮਜੀਠ ਕਾ, ਕਹੋ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਗੌੜੀ ਬੈਰਾਗਣ ਰਵਿਦਾਸ ਜੀਓ ਕੀ, ਕਿ ਗੌੜੀ ਦੀ ਬੈਰਾਗਣ ਜਾਤੀ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਉਚਾਰਨ ਕਰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ। ਇੱਕ ਦਿਨ ਭਗਤ ਰਵਿਦਾਸ ਜੀ ਦੇ ਪਾਸ ਇੱਕ ਪ੍ਰੇਮੀ ਵਣਜਾਰਾ ਆਇਆ, ਵਪਾਰ ਕਰਨ ਵਾਲਾ। ਉਸ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੇ ਪਾਸ ਅਨੇਕਾਂ ਸਾਧੂ ਮਹਾਤਮਾ ਅਤੇ ਸੰਗਤਾਂ ਆਉਂਦੀਆਂ ਹਨ, ਜਿਸ ਕਰਕੇ ਬਹੁਤ ਲੰਗਰ ਦੀ ਲਾਗਤ ਲੱਗ ਜਾਂਦੀ ਹੈ। ਇਸ ਕਰਕੇ ਤੁਸੀਂ ਇੱਕ ਬੈਲ ਖਰੀਦ ਲਓ, ਬਲਦ ਖਰੀਦ ਲਓ। ਉਸ ਬੈਲ ਦੇ ਰਾਹੀਂ, ਉਸ ਬਲਦ ਦੇ ਰਾਹੀਂ ਅਸੀਂ ਜੋ ਵਪਾਰ ਦਾ ਕੰਮ ਕਰਾਂਗੇ, ਜੋ ਪੂੰਜੀ ਹੋਵੇਗੀ ਉਸ ਦੀ, ਜੋ ਉਸ ਦਾ ਨਫਾ ਹੋਏਗਾ, ਉਹ ਸਾਰੀ ਤੁਹਾਡੇ ਪਾਸ ਲੰਗਰ ਵਿੱਚ ਭੇਜ ਦਿਆ ਕਰਾਂਗੇ।
ਉਸ ਬਣਜਾਰੇ ਦੀ, ਉਸ ਵਪਾਰੀ ਦੀ ਇਹ ਗੱਲ ਸੁਣ ਕਰਕੇ ਭਗਤ ਰਵਿਦਾਸ ਜੀ ਇਸ ਨੂੰ ਆਤਮ ਵਿਚਾਰ ਦੀ ਸਿੱਖਿਆ ਦਿੰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ। ਕਹਿਣ ਲੱਗੇ, ਘਾਟ ਆਬ ਘਟ ਡੂਗਰ ਘਣਾ, ਘਾਟ ਅੰਤਸ ਕਰਨ ਹਿਰਦੇ ਦੇ ਅੰਦਰ, ਕਾਮ ਕ੍ਰੋਧ ਰੂਪੀ ਆਬ ਘਾਟ ਕਠਨ ਘਾਟੀਆਂ ਹਨ। ਡੂੰਗਰ ਘਣਾ, ਜੋ ਘਣਾ ਬਹੁਤੇ ਸੰਘਣੇ ਡੂੰਗਰ ਪਹਾੜਾਂ ਦੀ ਨਿਆਈ ਹਨ। ਘਾਟ ਆਬ ਘਟ ਡੂੰਗਰ ਘਣਾ, ਕਿ ਘਾਟ ਹਿਰਦੇ ਅੰਦਰ ਜੋ ਸ਼ੁਭ ਸੰਕਲਪ ਹਨ ਉਹ ਸ੍ਰੇਸ਼ਟ ਘਾਟ ਹੈ। ਜੋ ਮੰਦ ਸੰਕਲਪ ਹਨ ਉਹ ਆਬ ਘਟ ਔਖੀਆਂ ਘਾਟੀਆਂ ਹਨ। ਤੇ ਪੰਜਾਂ ਕੋਸਾਂ ਰੂਪੀ ਬਹੁਤੇ ਪਹਾੜ ਹਨ, ਡੂੰਗਰ ਹਨ, ਜਿਨ੍ਹਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੈ। ਘਾਟ ਅਬ ਘਟ ਡੂਗਰ ਘਣਾ, ਕਿ ਘਾਟ ਹਿਰਦੇ ਅੰਦਰ ਸੰਕਲਪ ਵਿਕਲਪ ਰੂਪੀ ਰਾਗ ਦਵੈਤ ਰੂਪੀ ਅਬ ਘਟ ਔਖੀਆਂ ਘਾਟੀਆਂ ਹਨ, ਜਿਸ ਕਰਕੇ ਜੀਵ ਆਤਮਾ ਦੇ ਤਾਈਂ ਜਮਪੁਰੀ ਦੇ ਰਸਤੇ ਵਿੱਚ ਦੁਖਦਾਇਕ, ਜੋ ਰਸਤਾ ਦੁਖਦਾਇਕ ਹੈ, ਬਹੁਤੇ ਪਹਾੜਾਂ ਦਾ ਰਸਤਾ ਲੰਘਣਾ ਪਵੇਗਾ। ਪਰੰਤੂ ਇੱਕ ਨਿਰਗੁਣ ਬੈਲ ਹਮਾਰ, ਭਗਤ ਜੀ ਕਹਿਣ ਲੱਗੇ, ਇੱਕ ਨਿਰਗੁਣ ਬੈਲ ਹਮਾਰ, ਪਰੰਤੂ ਹਮਾਰੇ ਸਾਡੇ ਪਾਸ ਇੱਕ ਨਿਰਗੁਣ ਗੁਣਾ ਤੋਂ ਹੀਣਾ ਕਮਜ਼ੋਰ ਜਿਹਾ ਮਨ ਰੂਪੀ ਬੈਲ ਬਲਦ ਹੈ, ਜਿਸ ਦੇ ਕੋਲ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸੋਭ ਗੁਣ ਨਹੀਂ ਹਨ। ਇੱਕ ਨਿਰਗੁਣ ਬੈਲ ਹਮਾਰ, ਭਗਤ ਜੀ ਕਹਿਣ ਲੱਗੇ ਕਿ ਸਾਡੇ ਪਾਸ ਇੱਕ ਨਿਰਗੁਣ ਗੁਣਾ ਤੋਂ ਹੀਣਾ ਕਮਜ਼ੋਰ ਜਿਹਾ ਮਨ ਰੂਪੀ ਬੈਲ ਬਲਦ ਹੈ, ਜਿਸ ਦੇ ਕੋਲ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਸੋਭ ਗੁਣ ਨਹੀਂ ਹਨ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਰਮਈਏ ਰਮੇ ਹੋਏ ਪਰਮੇਸ਼ਰ ਦੇ ਕੋਲ ਅਸੀਂ ਇੱਕ ਬੇਨਤੀ ਪ੍ਰਾਰਥਨਾ ਅਰਦਾਸ ਕਰਦੇ ਹਾਂ ਕਿ ਹੇ ਮੁਰਾਰ, ਮੁਰਦੈਂਤ ਦਾ ਨਾਸ ਕਰਨ ਵਾਲੇ ਮੁਰਾਰੀ ਪ੍ਰਭੂ, ਸਾਡੀ ਸਰਦਾ ਰੂਪੀ ਪੂੰਜੀ, ਸਰਦਾ ਰੂਪੀ ਰਾਸੀ ਨੂੰ ਕਾਮ ਆਦਿਕ ਚੋਰਾਂ ਤੋਂ ਬਚਾ ਕੇ ਰੱਖਣਾ ਕਰੋ। ਸਾਡੀ ਭਗਤੀ ਰੂਪੀ ਪੂੰਜੀ ਨੂੰ ਸਾਡੇ ਹਿਰਦੇ ਵਿੱਚ ਇਸਤਿਤ ਕਰਕੇ ਰੱਖੋ। ਕੋਬਨ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਭਗਤ ਜੀ ਕਹਿਣ ਲੱਗੇ, ਹੇ ਭਾਈ, ਤੁਹਾਡੇ ਵਿੱਚੋਂ ਕੋਈ ਪਰਮੇਸ਼ਰ ਦੀ ਪ੍ਰਾਪਤੀ, ਪਰਮੇਸ਼ਰ ਦੇ ਨਾਮ ਦਾ ਵਣਜ ਕਰਨ ਵਾਲਾ ਬਣਜਾਰਾ ਹੈ। ਕੋ ਬਣਜਾਰੋ ਰਾਮ ਕੋ, ਭਗਤ ਜੀ ਕਹਿਣ ਲੱਗੇ, ਹੇ ਭਾਈ, ਤੁਹਾਡੇ ਵਿੱਚੋਂ ਕੋਈ ਪਰਮੇਸ਼ਰ ਦੀ ਪ੍ਰਾਪਤੀ ਵਾਲਾ, ਪਰਮੇਸ਼ਰ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬਣਜਾਰਾ ਹੈ, ਜੋ ਸਾਡਾ ਕਾਰਨ ਸੂਖਮ ਸਥੂਲ ਦੇਹਾਂ ਰੂਪੀ ਵਸਤੂਆਂ ਨਾਲ ਲੱਦਿਆ ਜਾਏ ਰੇ, ਕਿ ਲੱਦਿਆ ਜਾ ਰਿਹਾ ਹੈ, ਇਸ ਨੂੰ ਲਿਜਾ ਸਕੇ। ਕਹਿਣ ਲੱਗੇ, ਹੇ ਭਗਤ ਜੀ, ਆਪ ਜੀ ਕਿਸ ਚੀਜ਼ ਦਾ ਵਪਾਰ ਕਰਦੇ ਹੋ? ਭਗਤ ਜੀ ਫਰਮਾਉਂਦੇ ਹਨ, ਹਉ ਮਨ ਜਾਰੋ ਰਾਮ ਕੋ, ਸਹਿਜ ਕਰੋ ਵਪਾਰ। ਭਗਤ ਜੀ ਕਹਿਣ ਲੱਗੇ, ਹੇ ਭਾਈ, ਮੈਂ ਤਾਂ ਰਾਮ ਰਮੇ ਹੋਏ ਪਰਮੇਸ਼ਰ ਦੀ ਪ੍ਰਾਪਤੀ ਦਾ ਤੇ ਨਾਮ ਜਪਾਉਣ ਦਾ ਬਣਜਾਰੋ ਵਣਜ ਕਰਨ ਵਾਲਾ ਹਾਂ, ਅਤੇ ਸਹਿਜ ਕਰੋ ਵਪਾਰ, ਅਤੇ ਸਹਿਜ ਸ਼ਾਂਤੀ ਦੇ ਨਾਲ ਸਹਿਜ ਅਵਸਥਾ ਵਿੱਚ ਇਸਤਿਤ ਹੋ ਕੇ ਟਿਕ ਕੇ ਰਾਗ ਦਵੈਤ ਮਾਨ ਅਪਮਾਨ ਬੁਰੇ ਭਲੇ ਤੋਂ ਰਹਿਤ ਹੋ ਕੇ ਸਹਿਜ ਸਰੂਪ ਗਿਆਨ ਦਾ ਵਪਾਰ ਕਰਦਾ ਹਾਂ। ਮੈਂ RAM ਨਾਮ ਧਨ ਲਾਦਿਆ, ਬਿਖਲਾਦੀ ਸੰਸਾਰ। ਭਗਤ ਜੀ ਕਹਿਣ ਲੱਗੇ, ਹੇ ਭਾਈ, ਕਿ ਮੈਂ ਪਰਮੇਸ਼ਰ ਦੇ ਨਾਮ ਰੂਪੀ
ਧਨ ਨੂੰ ਵਿਭੂਤੀ ਨੂੰ ਆਪਣੇ ਅੰਤਸ ਕਰਨ ਹਿਰਦੇ ਰੂਪੀ ਗੱਡੇ ਵਿੱਚ ਲੱਦਿਆ ਹੋਇਆ ਹੈ। ਮੈਂ RAM ਨਾਮ ਧਨ ਲਾਦਿਆ। ਕਿ ਭਗਤ ਜੀ ਕਹਿਣ ਲੱਗੇ ਮੈਂ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਆਪਣੇ ਹਿਰਦੇ ਰੂਪੀ ਗੱਡੇ ਵਿੱਚ ਲੱਦਿਆ ਹੋਇਆ ਹੈ ਅਤੇ ਬਿਖਲਾਦੀ ਸੰਸਾਰ ਅਤੇ ਹੋਰ ਬਾਕੀ ਸੰਸਾਰ ਜਗਤ ਨੇ ਤੇ ਜਗਤ ਦੇ ਲੋਕਾਂ ਨੇ ਮਾਇਆ ਦੀ ਇੱਛਾ ਰੂਪੀ ਵਿਸ਼ਿਆਂ ਰੂਪੀ ਜ਼ਹਿਰ ਲੱਦੀ ਹੋਈ ਹੈ। ਸੰਸਾਰ ਕੇ ਮਾਇਆ ਰੂਪੀ ਜ਼ਹਿਰ ਹੀ ਲੱਦੀ ਫਿਰਦੇ ਹਨ। ਉਰਵਾਰ ਪਾਰ ਕੇ ਦਾਨੀਆਂ, ਹੇ ਉਰਵਾਰ ਇਸ ਲੋਕ ਤੋਂ ਪਾਰ ਪਰਲੋਕ ਦੇ ਕੀਤੇ ਹੋਏ ਕਰਮਾਂ ਨੂੰ ਦਾਨੀਆਂ ਜਾਣਨ ਵਾਲੇ ਚਿੱਤਰ ਗੁਪਤੋ, ਇਹ ਮੇਰੇ ਕੀਤੇ ਕਰਮਾਂ ਤੇ ਤੁਸੀਂ ਭਾਵੇਂ ਆਪਣੀ ਮਰਜ਼ੀ ਨਾਲ ਆਲ ਪਤਾਲ ਊਚ ਨੀਚ ਸ਼ੁਭ ਅਸ਼ੁਭ ਉਲਟ ਪੁਲਟ ਜੋ ਮਰਜ਼ੀ ਲਿਖ ਲੈਣਾ ਕਰੋ। ਮੈਨੂੰ ਕਿਸੇ ਪ੍ਰਕਾਰ ਦੀ ਕੋਈ ਡਰ ਨਹੀਂ। ਉਰਵਾਰ ਪਾਰ ਕੇ ਦਾਨੀਆਂ ਲਿਖ ਲੇਹੋ ਆਲ ਪਤਾਲ। ਭਗਤ ਜੀ ਕਹਿਣ ਲੱਗੇ ਹੇ ਉਰਵਾਰ ਇਸ ਲੋਕ ਪਰਲੋਕ ਦੇ ਕੀਤੇ ਹੋਏ ਕਰਮਾਂ ਨੂੰ ਦਾਨੀਆਂ ਜਾਣਨ ਵਾਲੇ ਚਿੱਤਰ ਗੁਪਤੋ, ਮੇਰੇ ਕੀਤੇ ਕਰਮਾਂ ਦੀ ਥਾਂ ਤੇ ਤੁਸੀਂ ਭਾਵੇਂ ਆਪਣੀ ਮਰਜ਼ੀ ਨਾਲ ਆਲ ਪਤਾਲ ਊਚ ਨੀਚ ਸ਼ੁਭ ਅਸ਼ੁਭ ਉਲਟ ਪੁਲਟ ਜੋ ਮਰਜ਼ੀ ਲਿਖ ਲੈਣਾ ਕਰੋ। ਮੈਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ। ਕਿ ਉਹ ਵਪਾਰੀ ਕਹਿਣ ਲੱਗਿਆ ਹੇ ਰਵਿਦਾਸ ਜੀ ਤੁਸੀਂ ਇਤਨੇ ਨਿਰਭਉ ਡਰ ਤੋਂ ਰਹਿਤ ਕਿਉਂ ਹੋ ਗਏ ਹੋ। ਭਗਤ ਜੀ ਕਹਿਣ ਲੱਗੇ ਮੋਹੇ ਜਮ ਡੰਡ ਨ ਲੱਗ ਗਈ ਤਜੀ ਅਲੇ ਸਰਬ ਜੰਜਾਲ। ਭਗਤ ਜੀ ਕਹਿਣ ਲੱਗੇ ਹੇ ਭਾਈ ਕਿਉਂਕਿ ਮੈਂ ਕਰਤਾ ਭੋਗਤਾ ਹੰਗਤਾ ਮਮਤਾ ਆਦਿਕ ਦੇ ਸਾਰੇ ਜੰਜਾਲ ਸਾਰੇ ਬੰਧਨ ਤਜੀ ਲਏ ਤਿਆਗ ਦਿੱਤੇ ਹਨ। ਇਸ ਕਰਕੇ ਮੋਹੇ ਜਮ ਡੰਡ ਨ ਲੱਗ ਗਈ। ਇਸ ਕਰਕੇ ਮੋਹੇ ਮੇਰੇ ਤਾਈਂ ਜਾਮ ਡੰਡ ਜਮਾ ਦਾ ਡੰਡ ਨਹੀਂ ਲੱਗ ਸਕੇਗਾ। ਕਿ ਫਿਰ ਕਹਿਣ ਲੱਗਿਆ ਉਹ ਵਪਾਰੀ ਕਿ ਹੇ ਭਗਤ ਜੀ ਤੁਸੀਂ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਕਿਉਂ ਨਹੀਂ ਪਰਚਦੇ। ਭਗਤ ਜੀ ਕਹਿਣ ਲੱਗੇ ਜੈਸਾ ਰੰਗ ਕੁਸੁੰਭ ਕਾ ਤੈਸਾ ਇਹੋ ਸੰਸਾਰ। ਹੇ ਭਾਈ ਜਿਸ ਪ੍ਰਕਾਰ ਕੁਸੁੰਭੇ ਦਾ ਰੰਗ ਕੱਚਾ ਹੁੰਦਾ ਹੈ ਜੋ ਥੋੜ੍ਹੇ ਚਿਰ ਵਿੱਚ ਹੀ ਖਤਮ ਹੋ ਜਾਂਦਾ ਹੈ, ਤੈਸਾ ਇਹੋ ਸੰਸਾਰ ਤਿਹੋ ਜਿਹਾ ਹੀ ਇਸ ਸੰਸਾਰ ਇਸ ਜਗਤ ਦਾ ਝੂਠਾ ਪਸਾਰਾ ਹੈ। ਫਿਰ ਕਹਿਣ ਲੱਗੇ ਹੇ ਰਵਿਦਾਸ ਤੁਸੀਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ ਉਸ ਦਾ ਆਨੰਦ ਕਿਹੋ ਜਿਹਾ ਹੈ। ਭਗਤ ਜੀ ਕਹਿਣ ਲੱਗੇ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਭਗਤ ਜੀ ਕਹਿਣ ਲੱਗੇ ਮੈਂ ਚਮਿਆਰ ਜਾਤੀ ਦਾ ਰਵਿਦਾਸ ਕਥਨ ਕਰਦਾ ਹਾਂ ਕਿ ਮੈਂ ਰਵਿਦਾਸ ਹਾਂ। ਸਾਡੇ ਰਮਈਏ ਰਮੇ ਹੋਏ ਪਰਮੇਸ਼ਰ ਦਾ ਰੰਗ ਮਜੀਠੇ ਰੰਗ ਦੀ ਤਰ੍ਹਾਂ ਪੱਕਾ ਹੈ ਕਿ ਉਹ ਪੱਕਾ ਰੰਗ ਹੈ ਉਸ ਪਰਮੇਸ਼ਰ ਦਾ ਜੋ ਮਜੀਠੇ ਦੇ ਰੰਗ ਦੀ ਤਰ੍ਹਾਂ ਹੈ। ਅੱਗੇ ਗੌੜੀ ਪੂਰਵੀ ਰਵਿਦਾਸ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੂਪ ਭਇਓ ਜੈਸੇ ਦਾਦਰਾ ਕਸ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਸ ਆਰਾ ਪਾਰ ਨਾ ਸੂਝ। ਸਾਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਉ। ਮਾਲਨ ਭਈ ਮਤ ਮਾਧਵਾ ਤੇਰੀ ਗਾਤ ਲਖੀ ਨਾ ਜਾਏ। ਕਰਹੁ ਕਿਰਪਾ ਭ੍ਰਮ ਚੂਕਈ ਮੈਂ ਸੁਮਤ ਦੇਹੋ ਸਮਝਾਏ। ਜੋਗੀਸਰ ਪਾਵਹਿ ਨਹੀਂ ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਣੈ ਕਹ ਰਵਿਦਾਸ ਚਵਾਰ।
ਭਗਤ ਰਵਿਦਾਸ ਜੀ ਬੜੇ ਹੀ ਵਿਸਥਾਰ ਦੇ ਨਾਲ ਬਾਣੀ ਦੁਆਰਾ ਸਮਝਾ ਰਹੇ ਹਨ। ਗੌੜੀ ਪੂਰਬੀ ਰਵਿਦਾਸ ਜੀਓ ਕੀ, ਕਿ ਗੌੜੀ ਰਾਗ ਦੀ ਪੂਰਬੀ ਜਾਤੀ ਵਿੱਚ ਭਗਤ ਰਵਿਦਾਸ ਜੀ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਅਕਾਲ ਪੁਰਖ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਭਗਤ ਜੀ ਕਹਿਣ ਲੱਗੇ, ਕੂਪ ਭਇਓ ਜੈਸੇ ਦਾਦਰਾ, ਕਿ ਕੂਪ ਕਿਹਾ ਖੂਹ ਨੂੰ, ਕਿ ਜਿਸ ਪ੍ਰਕਾਰ ਇੱਕ ਖੂਹ ਡੱਡੂਆਂ ਨਾਲ ਭਰਿਆ ਹੋਵੇ। ਕੂਪ ਭਰਿਓ ਜੈਸੇ ਦਾਦਰਾ, ਕਿ ਜਿਸ ਪ੍ਰਕਾਰ ਇੱਕ ਕੂਪ ਖੂਹ ਦਾਦਰਾ ਡੱਡੂਆਂ ਨਾਲ ਭਰਿਆ ਹੋਵੇ। ਜਿਵੇਂ ਦਾਦਰਾ ਡੱਡੂ ਖੂਹ ਵਿੱਚ ਪਿਆ ਹੋਵੇ। ਕਸ ਦੇਸ ਵਿਦੇਸ ਨਾ ਬੂਝ, ਉਸ ਨੂੰ ਦੇਸ ਅਤੇ ਵਿਦੇਸ ਪ੍ਰਦੇਸ਼ ਦੀ ਕੁਝ ਵੀ ਬੂਝ ਸਮਝ ਨਹੀਂ ਹੁੰਦੀ। ਖੂਹ ਦਾ ਡੱਡੂ ਖੂਹ ਤੱਕ ਹੀ ਸਮਝ ਰੱਖਦਾ ਹੈ, ਖੂਹ 'ਚ ਹੀ ਛਾਲਾ ਮਾਰ ਸਕਦਾ ਹੈ, ਉਸ ਨੂੰ ਦੇਸ ਵਿਦੇਸ਼ ਦੀ ਕੋਈ ਸਮਝ ਨਹੀਂ ਹੁੰਦੀ। ਇਸੇ ਪ੍ਰਕਾਰ ਜੀਵ ਰੂਪ ਡੱਡੂ ਸੰਸਾਰ ਰੂਪੀ ਖੂਹ ਵਿੱਚ ਪਿਆ ਹੋਇਆ ਗ੍ਰਸਤੀ ਰੂਪੀ ਦੇਸ਼ ਤੋਂ ਬਿਨਾਂ ਆਤਮਾਨੰਦ ਰੂਪੀ ਪ੍ਰਦੇਸ਼ ਬਾਰੇ ਕੁਝ ਵੀ ਨਹੀਂ ਜਾਣਦਾ। ਕੂਪ ਭਰਿਓ ਜੈਸੇ ਦਾਦਰਾ, ਕਸ ਦੇਸ ਵਿਦੇਸ਼ ਨਾ ਬੂਝ, ਕਿ ਆਤਮਾ ਰੂਪੀ ਦੇਸ਼ ਅਤੇ ਪਰਮਾਤਮਾ ਰੂਪੀ ਪ੍ਰਦੇਸ਼ ਬਾਰੇ ਕੁਝ ਨਹੀਂ ਜਾਣਦਾ। ਕਿ ਦ੍ਰਿਸ਼ਟਾਂਤ ਹੈ ਕਿ ਇੱਕ ਰਾਜੇ ਦੇ ਮਹਿਲਾਂ ਵਿੱਚ ਖੂਹ ਸੀਗਾ। ਉੱਥੇ ਇੱਕ ਡੱਡੂ ਰਹਿੰਦਾ ਸੀ ਖੂਹ ਦੇ ਵਿੱਚ। ਇੱਕ ਦਿਨ ਉਸ ਖੂਹ ਉੱਪਰ ਮਾਨ ਸਰੋਵਰ ਵਿੱਚੋਂ ਉੜਦਾ ਉੜਦਾ ਹੰਸ ਉਸ ਖੂਹ ਦੇ ਕਿਨਾਰੇ 'ਤੇ ਆ ਕੇ ਬੈਠ ਗਿਆ। ਹੰਸ ਨੇ ਖੂਹ ਵਿੱਚ ਉਸ ਡੱਡੂ ਨੂੰ ਵੇਖਿਆ, ਮਣ 'ਤੇ ਬੈਠ ਕੇ ਦੇਖਿਆ ਤੇ ਦਇਆ ਕਰਕੇ ਕਿਹਾ ਡੱਡੂ ਨੂੰ ਕਿ ਚੱਲ ਤੈਨੂੰ ਮਾਨ ਸਰੋਵਰ ਦੇ ਦਰਸ਼ਨ ਕਰਾਵਾਂ। ਮਾਨ ਸਰੋਵਰ ਦੇ ਦਰਸ਼ਨ ਕਰਾਈਏ। ਡੱਡੂ ਨੇ ਕਿਹਾ ਕਿ ਤੇਰਾ ਮਾਨ ਸਰੋਵਰ ਕਿੱਡਾ ਕੁ ਵੱਡਾ ਹੈ। ਹੰਸ ਨੇ ਕਿਹਾ ਕਿ ਉਹ ਤਾਂ ਬਹੁਤ ਵੱਡਾ ਹੈ ਜੋ ਮਾਨ ਸਰੋਵਰ ਹੈ। ਤੂੰ ਖੂਹ ਦੇ ਵਿੱਚ ਹੈ, ਥੋੜ੍ਹੇ ਜਿਹੇ ਪਾਣੀ ਦੇ ਵਿੱਚ ਤੈਨੂੰ ਮਾਨ ਸਰੋਵਰ 'ਤੇ ਲੈ ਚੱਲੀਏ। ਤਾਂ ਡੱਡੂ ਨੇ ਕਿਹਾ ਕਿ ਤੇਰਾ ਮਾਨ ਸਰੋਵਰ ਕਿਤਨਾ ਕੁ ਵੱਡਾ ਹੈ। ਇੱਕ ਛਾਲ ਮਾਰੀ ਤੇ ਕਿਹਾ ਕਿ ਇਤਨਾ ਕੁ ਵੱਡਾ ਹੋਵੇਗਾ। ਹੰਸ ਨੇ ਕਿਹਾ ਨਹੀਂ। ਕਿ ਡੱਡੂ ਨੇ ਦੂਸਰੀ ਛਾਲ ਮਾਰੀ ਤੇ ਖੂਹ ਦੇ ਵਿਚਕਾਰ ਚਲਿਆ ਗਿਆ। ਇੱਕ ਮਣ ਤੋਂ ਵਿਚਾਲੇ ਜੇ ਛਾਲ ਮਾਰ ਕੇ ਕਹਿਣ ਲੱਗਿਆ ਕਿ ਇਤਨਾ ਕੁ ਵੱਡਾ ਹੋਵੇਗਾ। ਹੰਸ ਨੇ ਫੇਰ ਕਿਹਾ ਨਹੀਂ, ਉਹ ਤਾਂ ਬਹੁਤ ਵਿਸਥਾਰ ਵਾਲਾ ਹੈ, ਬਹੁਤ ਵੱਡਾ ਹੈ। ਫਿਰ ਡੱਡੂ ਨੇ ਤੀਜੀ ਛਾਲ ਮਾਰੀ ਤੇ ਤਿੰਨੇ ਹਿੱਸੇ ਖੂਹ ਮਿਣ ਕੇ ਕਹਿੰਦਾ ਹੈ, ਦੂਸਰੇ ਕਿਨਾਰੇ 'ਤੇ ਛਾਲ ਮਾਰ ਕੇ ਕਹਿੰਦਾ ਹੈ ਕਿ ਇਤਨਾ ਕੁ ਵੱਡਾ ਹੋਵੇਗਾ। ਹੰਸ ਨੇ ਕਿਹਾ ਕਿ ਨਹੀਂ, ਇਸ ਨਾਲੋਂ ਤਾਂ ਬਹੁਤ ਵੱਡਾ ਹੈ। ਫਿਰ ਡੱਡੂ ਨੇ ਚੌਥੀ ਛਾਲ ਮਾਰੀ ਤੇ ਖੂਹ ਦੇ ਦੂਸਰੇ ਪਾਸੇ ਚਲਿਆ ਗਿਆ ਤੇ ਕਹਿੰਦਾ ਕਿ ਇਤਨਾ ਕੁ ਹੋਵੇਗਾ। ਹੰਸ ਨੇ ਕਿਹਾ ਕਿ ਨਹੀਂ ਭਾਈ, ਉਹ ਮਾਨ ਸਰੋਵਰ ਵਿੱਚ ਤਾਂ ਅਜਿਹੇ ਅਣਗਿਣਤ ਹੀ ਖੂਹ ਸਮਾ ਰਹੇ ਹਨ। ਡੱਡੂ ਨੇ ਕਿਹਾ ਕਿ ਜਾ, ਫਿਰ ਤੂੰ ਝੂਠ ਬੋਲਦਾ ਹੈ, ਕੋਈ ਮਾਨ ਸਰੋਵਰ ਨਹੀਂ ਹੈ। ਮੈਂ ਤਾਂ ਤੈਨੂੰ ਸਭ ਤੋਂ ਵੱਡਾ ਖੂਹ ਚੌਥੀ ਛਾਲ ਮਾਰ ਕੇ ਮਿਣ ਕੇ ਦੱਸ ਦਿੱਤਾ ਹੈ। ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਕਿਉਂ ਖੂਹ ਦਾ ਡੱਡੂ ਖੂਹ ਨੂੰ ਹੀ ਵੱਡਾ ਮੰਨੀ ਜਾਂਦਾ ਹੈ। ਇਸੇ ਪ੍ਰਕਾਰ ਗ੍ਰਸਤ ਰੂਪੀ ਖੂਹ ਵਿੱਚ ਡੱਡੂ ਦੀ ਨਿਆਈ ਜੀਵ ਪਿਆ ਹੋਇਆ ਹੈ। ਹੰਸ ਦੀ ਨਿਆਈ ਤਤ ਬੇਤੇ ਮਹਾਂਪੁਰਖ ਸੁਤੇ ਸਿੱਧ ਹੀ ਇਸ ਦੇ ਪਾਸ ਆਣ ਬੈਠੇ ਹਨ। ਤਾਂ ਜੀਵ ਨੇ ਮਹਾਤਮਾ ਨੂੰ ਪੁੱਛਿਆ ਕਿ ਸੰਤ ਜੀ, ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਬਹੁਤ ਵੱਡਾ ਸੁੱਖ ਹੈ। ਗ੍ਰਸਤ ਦੇ ਭਜਨ ਸਿਮਰਨ ਕਰਨ ਵਿੱਚ ਕਿੰਨਾ ਕੁ ਸੁੱਖ ਹੈ। ਮਹਾਂਪੁਰਖਾਂ ਨੇ ਕਿਹਾ ਕਿ ਹੇ ਭਾਈ,
ਪਰਮੇਸ਼ਰ ਦੇ ਭਜਨ ਸਿਮਰਨ ਵਿੱਚ ਬਹੁਤ ਵੱਡਾ ਸੁੱਖ ਹੈ। ਗ੍ਰਸਤ ਦੇ ਬੰਧਨਾਂ ਵਿੱਚ ਫਸੇ ਹੋਏ ਜੀਵ ਨੂੰ ਸੰਸਾਰੀ ਬਿਰਤੀ ਹੋਣ ਕਰਕੇ ਕਿਹਾ ਹੈ ਕਿ ਜੇਕਰ ਕਿਸੇ ਮਨੁੱਖ ਦੀ ਮੰਗਣੀ ਨਾ ਹੁੰਦੀ ਹੋਵੇ ਤਾਂ ਅਚਾਨਕ ਹੀ ਉਸ ਦੀ ਮੰਗਣੀ ਹੋ ਜਾਵੇ। ਜਿੰਨਾ ਸੁੱਖ ਉਸ ਨੂੰ ਹੋਵੇਗਾ ਇਤਨਾ ਕੁ ਹੀ ਸਿਮਰਨ ਭਜਨ ਦਾ ਹੋਵੇਗਾ। ਮਹਾਂਪੁਰਖਾਂ ਨੇ ਕਿਹਾ ਕਿ ਨਹੀਂ, ਜਿੰਨਾ ਸੁੱਖ ਉਸ ਨੂੰ ਹੋਵੇਗਾ ਇਤਨਾ ਕੁ ਹੀ ਸਿਮਰਨ ਭਜਨ ਦਾ ਹੋਵੇਗਾ। ਪਰ ਮਹਾਂਪੁਰਖਾਂ ਨੇ ਕਿਹਾ ਕਿ ਨਹੀਂ, ਇਸ ਨਾਲੋਂ ਵੱਡਾ ਸੁੱਖ ਹੈ ਸਿਮਰਨ ਦੇ ਵਿੱਚ। ਫਿਰ ਉਸ ਨੇ ਕਿਹਾ ਕਿ ਜੇਕਰ ਕਿਸੇ ਪੁਰਸ਼ ਨੂੰ ਉਸ ਦੇ ਸਹੁਰੇ ਵਿਆਹ ਨਾ ਛੇਤੀ ਦਿੰਦੇ ਹੋਣ ਪਰ ਅਚਾਨਕ ਹੀ ਵਿਆਹ ਦਾ ਦਿਨ ਦੱਸ ਦੇਣ, ਇਤਨਾ ਕੁ ਸੁੱਖ ਹੋਵੇਗਾ, ਉਸ ਨੂੰ ਖੁਸ਼ੀ ਹੋ ਜਾਂਦੀ ਹੈ। ਮਹਾਂਪੁਰਖ ਕਹਿੰਦੇ ਕਿ ਨਹੀਂ, ਇਸ ਨਾਲੋਂ ਵੀ ਬਹੁਤ ਵੱਡਾ ਸੁੱਖ ਹੈ। ਫਿਰ ਕਹਿੰਦੇ ਕਿ ਕੋਈ ਪੁਰਸ਼ ਵਿਆਹਿਆ ਜਾਵੇ, ਇਤਨਾ ਕੁ ਸੁੱਖ ਹੋਵੇਗਾ। ਕਹਿੰਦੇ ਨਹੀਂ, ਇਸ ਤੋਂ ਵੱਡਾ ਸੁੱਖ ਹੈ। ਫਿਰ ਕਹਿੰਦਾ ਕਿ ਜੇਕਰ ਕਿਸੇ ਦੇ ਸੰਤਾਨ ਨਾ ਹੁੰਦੀ ਹੋਵੇ ਫਿਰ ਉਸ ਘਰ ਪੁੱਤਰ ਜਨਮ ਲਏ, ਜਿੰਨਾ ਉਸ ਨੂੰ ਸੁੱਖ ਹੈ ਇੰਨਾ ਕੁ ਸੁੱਖ ਸਿਮਰਨ ਭਜਨ ਦਾ ਹੋਵੇਗਾ। ਮਹਾਂਪੁਰਖ ਕਹਿੰਦੇ ਨਹੀਂ, ਇਹ ਜੀਵ ਕਹਿੰਦਾ ਕਿ ਜਾਓ ਸੰਤ ਜੀ, ਤੁਸੀਂ ਝੂਠ ਬੋਲਦੇ ਹੋ, ਇਸ ਤੋਂ ਪਰੇ ਤਾਂ ਹੋਰ ਕੋਈ ਸੁੱਖ ਹੀ ਨਹੀਂ ਹੈ। ਇਉਂ ਖੂਹ ਦੇ ਡੱਡੂ ਦੀ ਨਿਆਈ ਗ੍ਰਸਤੀ ਨੇ ਆਪਣਾ ਆਨੰਦ ਮਿਣ ਕੇ ਕਹਿ ਦਿੱਤਾ ਕਿ ਇਸ ਦੇ ਵਿੱਚ ਹੀ ਆਨੰਦ ਹੈ। ਇਸੇ ਪ੍ਰਕਾਰ ਪਹਿਲੀ ਛਾਲ ਵਿਸ਼ੇ ਸੁੱਖ ਦੀ, ਦੂਸਰੀ ਧਨ ਪਦਾਰਥਾਂ ਦੇ ਸੁੱਖ ਦੀ, ਤੀਸਰੀ ਪੁੱਤਰ ਆਦਿਕ ਸੰਤਾਨ ਪ੍ਰਾਪਤੀ ਦੀ ਅਤੇ ਚੌਥੀ ਜਸ ਵਡਿਆਈ ਤੇ ਰਾਜ ਭਾਗ ਆਦਿਕ ਦੀ ਛਾਲ ਹੈ। ਪਰ ਉਹ ਸਿਮਰਨ ਭਜਨ ਦਾ ਆਨੰਦ ਬੇਅੰਤ ਹੈ। ਫਿਰ ਉਹ ਕਹਿੰਦਾ ਕਿ ਤੁਸੀਂ ਦੱਸੋ ਕਿ ਪਰਮਾਤਮਾ ਦਾ ਦੇਸ਼ ਕਿੰਨਾ ਕੁ ਵੱਡਾ ਹੈ। ਤਾਂ ਕਹਿੰਦੇ ਹਨ ਕਿ ਉਹ ਆਤਮਾ ਆਨੰਦ ਰੂਪੀ ਦੇਸ਼ ਦਾ ਅੰਤ ਨਹੀਂ ਪਾਇਆ ਜਾਂਦਾ, ਕਿ ਭਾਵੇਂ ਸਾਰੇ ਬ੍ਰਹਿਮੰਡ ਖੰਡ ਆਦਿਕ ਮਿਣ ਲਏ ਜਾਣ ਤਾਂ ਵੀ ਅੰਤ ਨਹੀਂ ਪਾਇਆ ਜਾਂਦਾ। ਫਿਰ ਉਸ ਦਾ ਵਿਦੇਸ਼ ਕਿ ਪ੍ਰਦੇਸ਼ ਤੁਸੀਂ ਜਾਣਨਾ ਚਾਹੁੰਦੇ ਹੋ ਉਹ ਕਿਤਨਾ ਕੁ ਹੈ। ਤਾਂ ਕਹਿਣ ਲੱਗੇ ਉਹ ਤਾਂ ਦੇਸ਼ ਕਾਲ ਵਸਤੂ ਪਰ ਛੇਦ ਰਹਿਤ ਅਖੰਡ ਸਰੂਪ ਹੈ ਅਤੇ ਉਸ ਦਾ ਆਕਾਰ ਇਤਨਾ ਉੱਤਰ ਦੱਖਣ ਪੂਰਬ ਪੱਛਮ ਦਿਸ਼ਾਵਾਂ ਦੁਆਰਾ ਕਿਹਾ ਨਹੀਂ ਜਾ ਸਕਦਾ, ਜਾਂ ਮਨ ਦੀਆਂ ਪੰਜੇ ਬਿਰਤੀਆਂ ਦੁਆਰਾ ਕਿਹਾ ਨਹੀਂ ਜਾਂਦਾ। ਵਿਸ਼ਈ ਪੁਰਸ਼ਾਂ ਦੇ ਚਿੱਤ ਮੂੜ ਹੋਣ ਕਰਕੇ ਉਸ ਨੂੰ ਪਾ ਨਹੀਂ ਸਕਦੇ। ਜਿਗਿਆਸੂ ਜਨਾਂ ਦੀ ਬਿਰਤੀ ਬਖੇਬ ਦੇ ਸਹਿਤ ਹੋਣ ਕਰਕੇ ਉਹ ਵੀ ਨਹੀਂ ਜਾਣ ਸਕਦੇ। ਅਤੇ ਜੋਗੀ ਪੁਰਖ ਜਿਹੜੇ ਮਨ ਦਾ ਨਿਰੋਧ ਕਰਕੇ ਸੰਕਲਪ ਨਾਲ ਦਸਮ ਦੁਆਰ ਵਿੱਚ ਬੈਠੇ ਰਹਿੰਦੇ ਹਨ, ਉਹ ਵੀ ਉਸ ਆਨੰਦ ਸਰੂਪ ਨੂੰ ਨਹੀਂ ਜਾਣ ਸਕਦੇ। ਕੇਵਲ ਇਕਾਗਰ ਚਿੱਤ ਵਾਲੇ ਬ੍ਰਹਮ ਗਿਆਨੀ ਹੀ ਉਸ ਸਰੂਪ ਨੂੰ ਜਾਣਦੇ ਹਨ। ਐਸਾ ਮੇਰਾ ਮਨ ਵੇਖਿਆ ਬੇਮੋਹਿਆ। ਭਗਤ ਜੀ ਕਹਿਣ ਲੱਗੇ, ਹੇ ਮਹਾਰਾਜ, ਇਸ ਪ੍ਰਕਾਰ ਹੀ ਸਾਡਾ ਮਨ ਵਿਸ਼ਿਆਂ ਰੂਪੀ ਖੂਹ ਵਿੱਚ ਡਿੱਗਿਆ ਹੋਇਆ ਬੇਮੋਹਿਆ ਕਿ ਵਿਸ਼ੇਸ਼ ਕਰਕੇ ਮੋਹਿਤ ਹੋ ਰਿਹਾ ਹੈ, ਅਤੇ ਕਛ ਆਰਾ ਪਾਰ ਨਾ ਸੂਝ, ਤੇ ਆਰਾ ਇਸ ਲੋਕ ਅਤੇ ਪਰਲੋਕ ਦੀ ਕੁਝ ਵੀ ਸਮਝ ਨਹੀਂ ਹੈ। ਇਹ ਲੋਕ ਸੰਸਾਰ ਜੋ ਮਿਥਿਆ ਹੈ ਅਤੇ ਪਰਾਰੂਪ ਬ੍ਰਹਮ ਜੋ ਸਦਾ ਸਤ ਸਰੂਪ ਹੈ। ਭਾ ਮੈਨੂੰ ਉਰਲੇ ਪਰਲੇ ਮਿਥਿਆ ਅਤੇ ਸਤ ਸਰੂਪ ਬ੍ਰਹਮ ਦੀ ਕੋਈ ਸਮਝ ਨਹੀਂ ਹੈ। ਸਗਲ ਭਵਨ ਕੇ ਨਾਇਕਾ, ਹੇ ਸਗਲ ਸਾਰੇ ਭਵਨ ਲੋਕਾਂ ਦੇ ਨਾਇਕਾ ਪ੍ਰੇਰਕ ਪਰਮੇਸ਼ਰ ਜੀ, ਇੱਕ ਛਿਨ ਦਰਸ ਦਿਖਾਏ ਜੀਓ। ਸਾਡੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਤੁਸੀਂ ਸਾਨੂੰ ਇੱਕ ਖਿਨ ਮਾਤਰ ਆਪਣਾ ਦਰਸ਼ਨ ਦਿਖਾਉਣਾ ਕਰੋ ਜੀ। ਰਹਾਓ। ਵਿਸ਼ਰਾਮ ਦੇ ਕੇ ਭਗਤ ਜੀ ਕਹਿਣ ਲੱਗੇ
ਮਾਲਨ ਭਈ ਮਤ ਮਾਧਵਾ। ਹੇ ਮਾਧਵਾ, ਮਾਇਆ ਦੇ ਪਤੀ ਪਰਮੇਸ਼ਰ, ਸਾਡੀ ਮਤ, ਸਾਡੀ ਬੁੱਧੀ ਕਾਮ ਕ੍ਰੋਧ ਆਦਿਕ ਵਿਸ਼ਿਆਂ ਤੇ ਅਵਿਦਿਆ ਦੀ ਸੰਗਤ ਤਮੋ ਗੁਣ ਦੇ ਪ੍ਰਭਾਵ ਕਰਕੇ ਮਲਣ ਮਲੀਨ ਹੋ ਗਈ ਹੈ, ਭਾਵ ਵਿਸ਼ੇ ਵਿਛੈਣੀ ਹੋ ਗਈ ਹੈ, ਜਿਸ ਕਰਕੇ ਤੇਰੀ ਗਤ ਲਖੀ ਨਾ ਜਾਏ, ਜਿਸ ਕਰਕੇ ਤੁਹਾਡੀ ਪ੍ਰਾਪਤੀ ਦੀ ਰੀਤੀ ਬਾਰੇ ਸਾਡੇ ਕੋਲੋਂ ਜਾਣੀ ਨਹੀਂ ਜਾਂਦੀ। ਕਰੋ ਕਿਰਪਾ ਭ੍ਰਮ ਚੂਕਈ। ਹੇ ਮਹਾਰਾਜ, ਆਪ ਜੀ ਦਇਆ ਦ੍ਰਿਸ਼ਟੀ ਕਰਨੀ ਕਰੋ, ਜਿਸ ਕਰਕੇ ਸਾਰਾ ਭਰਮ ਚੁੱਕਿਆ ਜਾਵੇ ਅਤੇ ਮੈਂ ਸਮਤ ਦੇਹੋ ਸਮਝਾਏ, ਅਤੇ ਮੈਂ ਮੇਰੇ ਤਾਈਂ ਸਮਤ ਸ੍ਰੇਸ਼ਟ ਮਤ, ਭਾਵ ਆਤਮ ਵਿਛੈਣੀ ਆਤਮ ਬੁੱਧੀ ਸਮਝਾ ਦੇਣਾ ਕਰੋ। ਜੋਗੀਸਰ ਪਾਵਹਿ ਨਹੀਂ ਤੋ ਗੁਣ ਕਥਨ ਅਪਾਰ। ਹੇ ਮਹਾਰਾਜ, ਆਪ ਜੀ ਦੇ ਭੇਦ ਨੂੰ ਤਾਂ ਜੋਗੀਸਰ ਜੋਗੀਆਂ ਦੇ ਈਸਰ ਭਾਵ ਸ਼ਿਵ ਜੀ, ਮਛੰਦਰਨਾਥ, ਗੋਰਖਨਾਥ ਆਦਿਕ ਵਰਗੇ ਨਹੀਂ ਪਾ ਸਕਦੇ। ਤੁਹਾਡੇ ਗੁਣ ਤਾਂ ਬਿਆਨ ਕਰਨ ਤੋਂ ਰਹਿਤ ਬੇਅੰਤ ਹਨ। ਤੁਹਾਡੇ ਗੁਣ ਕਹਿਣੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹਨ। ਹੇ ਰਵਿਦਾਸ ਜੀ, ਫਿਰ ਤੁਸੀਂ ਕਿਉਂ ਗੁਣ ਕਥਨ ਕਰਦੇ ਹੋ? ਤਾਂ ਕਹਿੰਦੇ ਭਗਤ ਜੀ, ਪ੍ਰੇਮ ਭਗਤ ਕੈ ਕਾਰਣੈ ਕਹੋ ਰਵਿਦਾਸ ਚਮਾਰ। ਭਗਤ ਰਵਿਦਾਸ ਜੀ ਕਹਿਣ ਲੱਗੇ ਕਿ ਅਸੀਂ ਤਾਂ ਪਰਮੇਸ਼ਰ ਦੀ ਪ੍ਰੇਮ ਭਗਤ ਕੇ ਪ੍ਰੇਮਾ ਭਗਤੀ ਕੈ ਦੇ ਕਾਰਨੈ ਵਾਸਤੇ ਉਸ ਦੇ ਗੁਣ ਉਚਾਰਨ ਕਰਦੇ ਹਾਂ। ਭਗਤ ਰਵਿਦਾਸ ਜੀ ਕਥਨ ਕਰਦੇ ਹਨ ਕਿ ਅਸੀਂ ਤਾਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਵਾਸਤੇ ਉਸ ਦੇ ਗੁਣ ਉਚਾਰਨਾ ਕਰਦੇ ਹਾਂ। ਪਰੰਤੂ ਲੋਕ ਮੈਨੂੰ, ਭਗਤ ਜੀ ਕਹਿਣ ਲੱਗੇ, ਕਹੋ ਰਵਿਦਾਸ ਚਮਾਰ, ਪਰੰਤੂ ਲੋਕ ਮੈਨੂੰ ਚਮਿਆਰ ਕਹਿੰਦੇ ਹਨ। ਮੈਂ ਤਾਂ ਚੰਮ ਆਰ, ਚੰਮ ਚੰਮ ਦੀ ਬਣੀ ਦੇਹੀ ਦੇ ਅਭਿਮਾਨ ਨੂੰ ਮੇਟਣ ਵਾਲਾ, ਉਸ ਦਾ ਆਰ, ਉਸ ਦਾ ਬੈਰੀ ਹਾਂ। ਭਗਤ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਸਮਝਾਉਣਾ ਕੀਤਾ ਹੈ। ਆਓ, ਸਮਾਂ ਹੋ ਚੁੱਕਿਆ ਹੈ। 6 ਪੌੜੀਆਂ